सत श्री अकाल जी सारिਆਂ ਨੂੰ ਤੇ ਆਪਣਾ ਅੱਜ ਦਾ ਇਹ ਇਮੀਗ੍ਰੇਸ਼ਨ ਦਾ ਵੀਕਲੀ ਅਪਡੇਟਸ ਦਾ ਪ੍ਰੋਗਰਾਮ ਹੈ। ਇਹਦੇ 'ਚ ਅਸੀਂ ਅਮਰੀਕਾ ਦੀ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ, ਉਹਦੇ ਨਾਲ ਥੋੜੇ ਸਵਾਲਾਂ ਦੇ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਸੋ ਸਾਰਿਆਂ ਤੋਂ ਪਹਿਲਾਂ ਜਿਹੜੀਆਂ ਇੰਪੋਰਟੈਂਟ ਇਮੀਗ੍ਰੇਸ਼ਨ ਦੀਆਂ ਇਸ ਵੀਕ ਦੀਆਂ ਖਬਰਾਂ ਉਹਦੇ ਬਾਰੇ ਗੱਲ ਕਰਦੇ ਹਾਂ। ਪਹਿਲੀ ਖਬਰ ਤਾਂ ਇਹ ਹੈਗੀ ਆ ਕਿ ਜਿਹੜਾ ਵੀਜ਼ਾ ਬੁਲੇਟਿਨ ਆ ਉਹ ਆ ਗਿਆ ਅਗਸਤ ਦਾ, ਤੇ ਉਹਦੇ ਵਿੱਚ ਜਿਹੜੀਆਂ ਡੇਟਾਂ ਨੇ ਉਹ ਇਸ ਤਰ੍ਹਾਂ ਨੇ ਕਿ ਜਿਹੜੀ F4 ਕੈਟੇਗਰੀ ਹੈਗੀ US ਸਿਟੀਜ਼ਨ ਦੇ ਭਰਾ ਭੈਣ ਵਾਲੀ, ਇਹਦਾ ਚੱਲ ਰਿਹਾ 1 ਸਤੰਬਰ 2005। F3 ਕੈਟੇਗਰੀ ਹੈਗੀ US ਸਿਟੀਜ਼ਨ ਦੇ ਜਿਹੜੇ ਮੈਰਿਡ ਬੱਚਿਆਂ ਵਾਲੀ ਤੇ ਉਹਨਾਂ ਦੇ ਬੱਚਿਆਂ ਦੀ, ਇਹ ਚੱਲ ਰਿਹਾ 8 ਨਵੰਬਰ 2008। ਤੀਜੀ ਕੈਟੇਗਰੀ ਹੈ ਜੀ F2 BA ਹੈਗੀ ਗ੍ਰੀਨ ਕਾਰਡ ਹੋਲਡਰ ਦੇ ਅਨਮੈਰਿਡ ਬੱਚੇ ਓਵਰ 21, ਕਿਉਂ ਗ੍ਰੀਨ ਕਾਰਡ ਹੋਲਡਰ ਅਨਮੈਰਿਡ ਬੱਚੇ ਦਾ ਹੀ ਕਰ ਸਕਦਾ, ਮੈਰਿਡ ਦਾ ਨਹੀਂ ਕਰ ਸਕਦਾ। ਇਹ ਚੱਲ ਰਿਹਾ ਜੀ 22 ਸਤੰਬਰ 2015। F2A ਕੈਟੇਗਰੀ ਹੈਗੀ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਤੇ 21 ਸਾਲ ਤੋਂ ਘੱਟ ਬੱਚੇ, ਕਰੰਟ ਹੈ। ਤੇ F1 ਕੈਟੇਗਰੀ ਚੱਲ ਰਹੀ 22 ਨਵੰਬਰ 2014। ਤੇ ਇਹਦੇ ਨਾਲ ਜਿਹੜੀਆਂ ਡੇਟਾਂ ਤੇ NVC ਜਿਹੜੀ ਆ ਉਹ ਡਾਕੂਮੈਂਟਸ ਮੰਗ ਰਹੀ ਹੈ, ਕਿਉਂਕਿ NVC ਪ੍ਰਾਇਓਰਟੀ ਡੇਟ ਤੋਂ 6 ਮਹੀਨੇ ਪਹਿਲਾਂ ਡਾਕੂਮੈਂਟ ਮੰਗਦੀ ਆ। ਉਹ ਹੈਗੀਆਂ ਜੀ F4 ਕੈਟੇਗਰੀ ਜਿਹੜੀ ਭਰਾ ਭੈਣ ਵਾਲੀ ਕੈਟੇਗਰੀ ਆ 1 ਦਸੰਬਰ 2005। F3 ਕੈਟੇਗਰੀ ਆ ਮੈਰਿਡ ਬੱਚੇ US ਸਿਟੀਜ਼ਨ ਦੇ 22 ਅਗਸਤ 2009। F2B ਕੈਟੇਗਰੀ ਆ ਗ੍ਰੀਨ ਕਾਰਡ ਹੋਲਡਰ ਦੇ ਅਨਮੈਰਿਡ ਬੱਚੇ ਓਵਰ 21 22 ਸਤੰਬਰ 2016। F2A ਕੈਟੇਗਰੀ ਆ ਜੀ 1 ਜੂਨ 2021 ਤੇ F1 ਹੈਗੀ ਆ 15 ਮਈ 2016। ਸੋ ਜਿਹੜੀਆਂ ਮਤਲਬ ਕੈਟੇਗਰੀਆਂ ਹੈਗੀਆਂ ਥੋੜ੍ਹੀਆਂ ਜਿਹਾ ਮੂਵ ਹੋਈਆਂ ਅੱਗੇ ਨਾਲੋਂ, ਪਰ ਘੱਟ ਹੋਈਆਂ ਨੇ, ਤੇ ਇਸ ਕਰਕੇ ਜਿਹੜੀ ਮੂਵਮੈਂਟ ਹੈਗੀ ਆ ਉਨੀ ਨਹੀਂ ਹੋ ਸਕੀ ਜਿੰਨੀ ਕਿ ਹੋਣੀ ਚਾਹੀਦੀ ਸੀਗੀ, ਪਰ ਹੋਈਆਂ ਜ਼ਰੂਰ ਨੇ। ਤੇ ਆਸ ਕਰਦੇ ਹਾਂ ਕਿ ਅੱਗੇ ਤੋਂ ਇਹ ਥੋੜ੍ਹੇ ਜਿਹੇ ਹੋਰ ਜ਼ਿਆਦਾ ਮੂਵ ਹੋਣ, ਤਾਂ ਕਿ ਜਿਹੜੇ ਵਿਚਾਰੇ ਵੀਜ਼ੇ ਦੀ ਅਪਲਾਈ ਕਰ ਰਹੇ ਨੇ ਜਾਂ ਜਿਹੜੇ ਵੀਜ਼ੇ ਡੇਟਾਂ ਦੀ ਵੇਟ ਕਰ ਰਹੇ ਨੇ ਆਪਣੇ ਇੰਟਰਵਿਊ ਦੀ, ਉਹਨਾਂ ਦੀ ਜਿਹੜੀ ਇੰਟਰਵਿਊ ਆਵੇ ਤੇ ਉਹ ਇੱਥੇ ਜਲਦੀ ਅਮਰੀਕਾ 'ਚ ਪਹੁੰਚ ਸਕਣ। ਅਗਲੀ ਖਬਰ ਜਿਹੜੀ ਆ ਉਹ ਹੈਗੀ ਵੀ ਜਿਹੜੇ ਸਰਕਾਰ ਨੇ ਜਿਹੜੇ ਸਟੂਡੈਂਟ ਲੋਨ ਦੀਆਂ ਪੇਮੈਂਟਾਂ ਨੇ ਉਹਨਾਂ ਦਾ ਜਿਹੜਾ ਪੌਜ਼ ਆ ਉਹ ਐਕਸਟੈਂਡ ਕਰਤਾ ਜਨਵਰੀ 31 2022 ਤੱਕ। ਸੋ ਜਿਹੜੇ ਇੱਥੇ ਅਮਰੀਕਨ ਸਟੂਡੈਂਟਸ ਨੇ ਜਿਹੜੇ ਕਿ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਨੇ, ਉਹਨਾਂ 'ਚੋਂ ਕਾਫੀ ਲੋਕਾਂ ਨੇ ਜਿਹੜਾ ਹੈਗਾ ਉਹ ਲੋਨ ਲਿਆ ਹੁੰਦਾ ਸਟੂਡੈਂਟ ਲੋਨ ਪੜ੍ਹਨ ਲਈ, ਤੇ ਉਹ ਸਰਕਾਰ ਨੇ ਉਹਦੀ ਜਿਹੜੀ ਕਿਸ਼ਤ ਹੈਗੀ ਆ ਉਹ ਪਹਿਲਾਂ ਆਰਡਰ ਕੀਤਾ ਸੀ ਵੀ ਸਪਟੈਂਬਰ ਤੱਕ ਨਹੀਂ ਲਈ ਜਾਊਗੀ, ਤੇ ਇੰਟਰਸਟ ਵੀ 0% ਹੀ ਹੋਊਗਾ, ਕੋਈ ਇੰਟਰਸਟ ਵੀ ਨਹੀਂ ਵਧੂਗਾ। ਤੇ ਉਹ ਵਧਾ ਕੇ ਹੁਣ ਜਨਵਰੀ 31 2022 ਤੱਕ ਕਰਤਾ। ਸੋ ਜਨਵਰੀ 31 2022 ਤੱਕ ਜਿਹੜੀਆਂ ਸਟੂਡੈਂਟ ਲੋਨ ਦੀਆਂ ਪੇਮੈਂਟਾਂ ਨੇ ਉਹ ਤੁਹਾਨੂੰ ਨਹੀਂ ਕਰਨੀਆਂ ਪੈਣਗੀਆਂ। ਇਹ ਉਹਨਾਂ ਬੱਚਿਆਂ ਨੂੰ ਕਾਫੀ ਰਾਹਤ ਹੈ ਜਿਨ੍ਹਾਂ ਨੇ ਕਿ ਇੱਥੇ ਸਟੂਡੈਂਟ ਲੋਨਸ ਲਏ ਨੇ। ਉਦੋਂ ਬਾਅਦ ਅਗਲੀ ਖਬਰ ਹੈਗੀ ਆ ਕਿ ਟੈਕਸਸ ਨਾਲ ਸੰਬੰਧਿਤ ਆ ਕਿ ਜਿਹੜਾ ਟੈਕਸਸ ਦਾ ਗਵਰਨਰ ਆ ਉਹਨੇ ਇੱਕ ਐਗਜ਼ੈਕਟਿਵ ਆਰਡਰ ਜਾਰੀ ਕੀਤਾ ਸੀ ਕਿ ਜਿਹੜੇ ਵੀ ਬੰਦਿਆਂ ਨੂੰ ਜਿਹੜੀ ਬਾਰਡਰ ਪੈਟਰੋਲ ਹੈ ਜਾਂ ਆਈਸ ਛੱਡਦੀ ਆ ਬਾਰਡਰ 'ਤੇ, ਉਹਨਾਂ ਨੂੰ ਜਿਹੜੇ ਪ੍ਰਾਈਵੇਟ ਕੰਟਰੈਕਟਰ ਨੇ ਉਹ ਟਰਾਂਸਪੋਰਟ ਨਹੀਂ ਕਰ ਸਕਦੇ, ਤੇ ਉਹਨੇ ਕਿਹਾ ਜੇ ਕਰਨਗੇ ਤਾਂ ਉਹਨੂੰ ਅਰੈਸਟ ਕੀਤਾ ਜਾਊਗਾ। ਤੇ ਉਹ ਜਿਹੜਾ ਆਰਡਰ ਸੀਗਾ ਉਹਨੂੰ ਚੈਲੰਜ ਕੀਤਾ ਅਟਾਰਨੀ ਜਨਰਲ ਗਾਰਲੈਂਡ ਨੇ ਟੈਕਸਸ ਦੀ ਕੋਰਟ 'ਚ, ਤੇ ਟੈਕਸਸ ਦੀ ਕੋਰਟ ਨੇ ਸਟੇ ਦੇ ਦਿੱਤੀ ਆ ਉੱਥੇ, ਤੇ ਸਰਕਾਰ ਦੇ ਹੱਕ 'ਚ ਫੈਸਲਾ ਕੀਤਾ। ਸੋ ਇਹ ਬੜੀ ਵੱਡੀ ਜਿੱਤ ਆ ਜਿਹੜੀ ਹੈਗੀ ਅਮਰੀਕਨ ਸਰਕਾਰ ਦੀ, ਕਿਉਂਕਿ ਇਹਦੇ ਨਾਲ ਹੁਣ ਜੇ ਕਿਸੇ ਬੰਦੇ ਨੂੰ ਰਿਲੀਜ਼ ਕਰਦੇ ਨੇ ਤਾਂ ਉਹਨੂੰ ਜਿਹੜਾ ਪ੍ਰਾਈਵੇਟ ਕੰਟਰੈਕਟਰ ਆ ਜਾਂ ਜਿਹੜੇ ਉਹਨਾਂ ਦੇ ਬੰਦੇ ਕੰਮ ਕਰਦੇ ਨੇ ਗੌਰਮੈਂਟ ਲਈ, ਉਹ ਉੱਥੋਂ ਲਿਜਾ ਕੇ ਤੇ ਜਿੱਥੇ ਵੀ ਉਹਨੂੰ ਛੱਡਣਾ ਏਅਰਪੋਰਟ 'ਤੇ ਜਾਂ ਕਿਸੇ ਹੋਰ ਜਗ੍ਹਾ ਉੱਥੇ ਜਾਂ ਕਿਸੇ ਹੋਰ ਜੇਲ੍ਹ 'ਚ ਹੀ ਪਹੁੰਚਾਉਣਾ ਉੱਥੇ ਛੱਡ ਸਕਦੇ ਆ। ਸੋ ਉਹਨਾਂ ਨੂੰ ਸਟੇ ਮਿਲ ਗਈ ਆ ਉਸ ਗਵਰਨਰ ਦੇ ਆਰਡਰ ਦੀ, ਤੇ ਇਹ ਇੱਕ ਵੱਡੀ ਜਿੱਤ ਆ। ਇਹਦੇ ਨਾਲ ਡੀਪੋਰਟੇਸ਼ਨ ਬਾਰੇ ਗੱਲ ਕਰੀਏ ਕਿ ਜਿਹੜੀ ਡੀਪੋਰਟੇਸ਼ਨ ਦੀ ਨੀਤੀ ਆ ਸਰਕਾਰ ਦੀ, ਉਹ ਜਿਵੇਂ ਆਪਾਂ ਪਿਛਲੀ ਵਾਰ ਵੀ ਦੱਸਿਆ ਸੀ ਵੀ ਇਹਨਾਂ ਨੇ ਹੁਣ ਐਕਸਪੀਡਾਈਟਡ ਰਿਮੂਵਲ ਸ਼ੁਰੂ ਕੀਤੀ ਹੈ ਜਿਹੜੇ ਕਿ ਸੈਂਟਰਲ ਅਮਰੀਕਾ ਤੋਂ ਲੋਕ ਆਉਂਦੇ ਨੇ, ਜਿਵੇਂ ਗੁਆਟੇਮਾਲਾ, ਹੰਡੋਰਸ ਤੇ ਇਹਨਾਂ ਕੰਟਰੀਆਂ 'ਚੋਂ, ਤੇ ਇਹਨਾਂ ਦਾ ਜਿਹੜਾ ਐਲ ਸੈਲਵਾਡੋਰ ਵੀ, ਇਹਨਾਂ ਨੂੰ ਇੱਕਦਮ ਹੀ ਜਿਹੜਾ ਬਾਰਡਰ ਤੋਂ ਡਿਪੋਰਟ ਕੀਤਾ ਜਾਊਗਾ। ਉਹਦੀ ਥੋੜ੍ਹੀ ਕਲੈਰੀਫਿਕੇਸ਼ਨ ਆਈ ਆ, ਤੇ ਸਰਕਾਰ ਨੇ ਕਿਹਾ ਵੀ ਇੱਕ ਤਾਂ ਬੱਚਿਆਂ ਨੂੰ ਮਾਂ-ਬਾਪ ਤੋਂ ਅੱਡ ਨਹੀਂ ਕੀਤਾ ਜਾਊਗਾ, ਦੂਜਾ ਇਹ ਆ ਵੀ ਜੇ ਕੋਈ ਇੱਥੇ ਪਰਿਵਾਰ ਜਾਂ ਬੰਦਾ ਆਉਂਦਾ ਉਹਨੂੰ ਪਹਿਲਾਂ ਪੁੱਛਿਆ ਜਾਊ ਵੀ ਤੈਨੂੰ ਕੋਈ ਪ੍ਰੋਬਲਮ ਹੈਗੀ ਆਪਣੀ ਕੰਟਰੀ 'ਚ। ਜੇ ਉਹ ਕਹਿ ਦੇਵੇ ਵੀ ਮੈਨੂੰ ਪ੍ਰੋਬਲਮ ਹੈਗੀ ਆ, ਮੈਂ ਆਪਣੀ ਕੰਟਰੀ ਨਹੀਂ ਜਾ ਸਕਦਾ, ਤਾਂ ਉਸ ਬੰਦੇ ਨੂੰ ਇੱਥੇ ਕੇਸ ਕਰਨ ਦਾ ਮੌਕਾ ਦਿੱਤਾ ਜਾਊਗਾ, ਉਹਨੂੰ ਰਿਪੋਰਟ ਨਹੀਂ ਕੀਤਾ ਜਾਊਗਾ ਜੇ ਉਹਦਾ ਕਲੇਮ ਜਿਹੜਾ ਉਹ ਜਿਹੜੇ ਸੈਲਮ ਦੇ 5 ਪ੍ਰੋਟੈਕਟਡ ਗਰਾਊਂਡ ਆ ਉਹਨਾਂ ਦੇ ਵਿੱਚ ਆਉਂਦਾ। ਤੇ ਜੇ ਉਹ ਇਹ ਕਹੂਗਾ ਵੀ ਮੈਨੂੰ ਕੋਈ ਖਤਰਾ ਨਹੀਂ, ਜਾਂ ਉਹਦਾ ਕਲੇਮ ਜਿਹੜਾ ਉਹ 5 ਗਰਾਊਂਡਾਂ 'ਚ ਨਹੀਂ ਆਉਂਦਾ, ਉਹਦਾ ਕੇਸ ਹੀ ਨਹੀਂ ਬਣਦਾ ਸੈਲਮ ਦਾ, ਤਾਂ ਫਿਰ ਉਹ ਬੰਦੇ ਨੂੰ ਬਾਰਡਰ ਤੋਂ ਹੀ ਡਿਪੋਰਟ ਕਰ ਦਿੱਤਾ ਜਾਏਗਾ। ਤੇ ਇਹ 'ਚ ਇਹਨਾਂ ਨੇ ਕਾਫੀ ਬੰਦੇ ਰਿਪੋਰਟ ਵੀ ਕੀਤੇ ਨੇ, ਪਰ ਜਿਹੜੇ ਬੰਦਿਆਂ ਦਾ ਕੋਈ ਕਲੇਮ ਬਣਦਾ, ਉਹਨਾਂ ਨੂੰ ਖਤਰਾ ਹੈਗਾ, ਉਹ ਆਪਣਾ ਕੇਸ ਇੱਥੇ ਪਰਸਿਊ ਕਰ ਸਕਦੇ ਨੇ। ਇਹ ਬੜੀ ਇੰਪੋਰਟੈਂਟ ਕਲੈਰੀਫਿਕੇਸ਼ਨ ਆ। ਸੋ ਇਹਦੇ ਨਾਲ ਜਿਵੇਂ ਕਈ ਲੋਕਾਂ ਦੇ ਮਨ ਦੇ ਵਿੱਚ ਡਰ ਸੀ ਵੀ ਜਿਹੜਾ ਆਉਂਦਾ ਉਹਨੂੰ ਰਿਪੋਰਟ ਕਰ ਰਹੇ, ਉਹ ਗੱਲ ਨਹੀਂ ਆ। ਪਰ ਅਸੀਂ ਤੁਹਾਨੂੰ ਹਮੇਸ਼ਾ ਕਹਿੰਦੇ ਹਾਂ, ਹੁਣ ਵੀ ਕਹਿੰਦੇ ਹਾਂ ਵੀ ਇਹ ਤਰੀਕਾ ਗਲਤ ਆ। ਇੱਦਾਂ ਬਾਰਡਰ ਰਾਹੀਂ ਆਉਣਾ ਬਹੁਤ ਖਤਰਨਾਕ ਹੈ, ਤੁਹਾਡੀ ਜਾਨ ਨੂੰ ਵੀ ਖਤਰਾ, ਉਹਦੇ ਨਾਲੇ ਲਾਅ ਦੀ ਵਾਇਲੇਸ਼ਨ ਹੈ। ਇਸ ਤਰੀਕੇ ਨਾਲ ਬਿਲਕੁਲ ਨਹੀਂ ਆਉਣਾ ਚਾਹੀਦਾ ਅਮਰੀਕਾ, ਤੁਸੀਂ ਸਹੀ ਤਰੀਕੇ ਨਾਲ ਆਓ।
ਤੇ ਇਸ ਤੋਂ ਇਲਾਵਾ ਜਿਹੜੀ ਅਮਰੀਕਾ ਦੇ ਵਿੱਚ ਅਨਐਮਪਲੋਇਮੈਂਟ ਰੇਟ ਆ, ਬੜੀ ਖੁਸ਼ੀ ਦੀ ਖਬਰ ਆ ਕਿ ਉਹ ਘਟਿਆ ਤੇ ਅਮਰੀਕਨ ਇਕਨੋਮੀ ਨੇ 9,43,000 ਜੌਬਾਂ ਕ੍ਰੀਏਟ ਕੀਤੀਆਂ ਨੇ ਜੁਲਾਈ 'ਚ ਤੇ ਜਿਹੜੀ ਇੰਪਲੋਇਮੈਂਟ ਆ ਇਹਦਾ ਰੇਟ ਆ 5.9% ਤੋਂ ਘਟ ਕੇ 5.4% ਤੇ ਰਹਿ ਗਿਆ। ਸੋ ਇਹ ਬੜੀ ਇੰਪੋਰਟੈਂਟ ਖਬਰ ਹੈ ਜੀ। ਤੇ ਇਹਦੇ ਨਾਲ ਹੁਣ ਜਿੱਥੇ ਇਕਨੋਮੀ ਖੁੱਲ੍ਹ ਰਹੀ ਆ, ਲੋਕਾਂ ਨੂੰ ਜੌਬਾਂ ਮਿਲ ਰਹੀਆਂ ਨੇ ਤੇ ਬੜੀ ਇਹ ਚੰਗੀ ਗੱਲ ਹੈ ਕਿ ਇਕਨੋਮੀ ਅੱਗੇ ਵਧੇ ਤੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਆਵੇ। ਤੇ ਇਹਦੇ ਨਾਲ ਜਿਹੜੇ ਹੁਣ ਦੇ ਇੰਪੋਰਟੈਂਟ ਖਬਰਾਂ ਸੀ, ਨਾਲ ਇੱਕ ਇਮੀਗ੍ਰੇਸ਼ਨ ਕੋਰਟ ਦੀ ਖਬਰ ਆ, ਉਹਦੇ ਬਾਰੇ ਤੁਹਾਨੂੰ ਮੈਂ ਦੱਸ ਦਿਆਂ ਕਿ ਇਮੀਗ੍ਰੇਸ਼ਨ ਕੋਰਟਾਂ ਦੇ ਵਿੱਚ ਜਿਹੜੀਆਂ ਮਾਸਟਰ ਡੇਟਾਂ ਨੇ ਉਹ ਨਹੀਂ ਹੋ ਰਹੀਆਂ, ਉਹ ਜਾਂ ਟੈਲੀਫੋਨਿਕ ਹੁੰਦੀਆਂ ਨੇ ਜਾਂ ਉਹ ਜਿਹੜੀਆਂ ਹੁੰਦੀਆਂ ਰਿਟਨ ਪ੍ਰੋਸੀਡਿੰਗਸ ਹੁੰਦੀਆਂ ਨੇ। ਤੇ ਲੇਕਿਨ ਜਿਹੜੀਆਂ ਫਾਈਨਲ ਡੇਟਾਂ ਹੋ ਰਹੀਆਂ ਨੇ, ਸਾਡੀਆਂ 3 ਫਾਈਨਲ ਡੇਟਾਂ ਸੀਗੀਆਂ ਤੇ ਉਹ ਕੇਸ ਜਿਹੜਾ ਪਰਮਾਤਮਾ ਦੀ ਕਿਰਪਾ ਨਾਲ ਪਾਸ ਹੋਇਆ ਤੇ ਨਹੀਂ। ਇਹਦੇ ਨਾਲ ਸਾਡੀਆਂ ਸਿਟੀਜ਼ਨਸ਼ਿਪ ਦੀਆਂ ਡੇਟਾਂ ਸੀ ਉਹ ਵੀ ਪਾਸ ਹੋਇਆ, ਜਿਨ੍ਹਾਂ ਨੂੰ ਕਿ ਇੰਗਲਿਸ਼ ਨਹੀਂ ਸੀ ਆਉਂਦੀ। ਤੇ ਉਹਦੇ 'ਚ ਬੇਸਿਕਲੀ ਇਹ ਹੁੰਦਾ ਕਿ ਜਿਹੜਾ N648 ਇੱਕ ਫਾਰਮ ਜਿਹੜਾ ਹੈਗਾ ਉਹ ਡਾਕਟਰ ਨੂੰ ਭਰਨਾ ਪੈਂਦਾ। ਜੇ ਡਾਕਟਰ ਉਹਦੇ ਵਿੱਚ ਲਿਖੇ ਵੀ ਇਹਨੂੰ ਇੰਗਲਿਸ਼ ਨਹੀਂ ਸਿੱਖ ਸਕਦਾ, ਕਿਉਂਕਿ ਕਈਆਂ ਨੂੰ ਜਿਹੜੀ ਮੈਂਟਲ ਪ੍ਰੋਬਲਮ ਹੁੰਦੀ ਹੈ, ਡਿਪਰੈਸ਼ਨ ਹੁੰਦਾ ਜਾਂ ਮੈਮਰੀ ਲਾਸ ਹੁੰਦਾ ਜਾਂ ਸਟ੍ਰੈਸ ਡਿਸਆਰਡਰ ਹੁੰਦਾ, ਇੱਦਾਂ ਦੀ ਕੋਈ ਤਕਲੀਫ ਹੋਵੇ ਤਾਂ ਉਹਦੇ ਨਾਲ ਟੈਸਟ ਮਾਫ ਹੋ ਜਾਂਦਾ। ਫਿਰ ਇਹੀ ਦੇਖਦੇ ਨੇ ਕਿ ਤੁਸੀਂ 5 ਸਾਲ ਅਮਰੀਕਾ ਦੇ ਵਿੱਚ ਸਿਟੀਜ਼ਨ ਅਪਲਾਈ ਕਰਨ ਤੋਂ ਪਹਿਲਾਂ ਰਹੇ ਹੋ, ਉਹ 5 ਸਾਲਾਂ 'ਚੋਂ 2.5 ਸਾਲ ਇੱਥੇ ਰਹਿਣਾ ਪੈਂਦਾ। ਤੇ ਜੇ ਤੁਸੀਂ ਕੰਟਰੀ ਆਊਟ ਵੀ ਕਰਨਾ 6 ਮਹੀਨੇ 'ਚ ਵਾਪਸ ਆਉਣਾ ਪੈਂਦਾ। ਜੇ ਇਹ ਸ਼ਰਤਾਂ ਪੂਰੀਆਂ ਨੇ, ਹੋਰ ਕੋਈ ਕ੍ਰਿਮੀਨਲ ਰੈਕਡ ਵਗੈਰਾ ਨਹੀਂ ਆ, ਤੇ ਜਾਂ ਜਿਹੜਾ ਅੰਡਰਲਾਈਨ ਕੇਸ ਹੈ ਜਿਹਦੇ ਰਾਹੀਂ ਗ੍ਰੀਨ ਕਾਰਡ ਮਿਲਿਆ ਉਹਦੇ 'ਚ ਕੋਈ ਪ੍ਰੋਬਲਮ ਨਹੀਂ, ਫਰਾਡ ਵਗੈਰਾ ਦੀ ਹੈਗੀ, ਤਾਂ ਫਿਰ ਸਿਟੀਜ਼ਨਸ਼ਿਪ ਜਿਹੜੀ ਦੇ ਦਿੰਦੇ ਨੇ ਜੇ ਡਾਕਟਰ ਦਾ N648 ਫਾਰਮ ਹੋਵੇ। ਸੋ ਸਾਡੇ ਜਿਹੜੇ ਕੇਸ ਨੇ ਉਹ ਇਸ ਵੀਕ ਇੰਟਰਵਿਊ ਆਈਆਂ ਸੀਗੀਆਂ ਤੇ ਉਹ ਅਪਰੂਵ ਹੋਏ ਆ, ਪਾਸ ਹੋਏ ਆ। ਇਹਦੇ ਨਾਲ ਹੁਣ ਜਿਹੜਾ ਹੈਗਾ ਉਹ ਸਮਾਂ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦਾ ਹੋਇਆ ਤੇ ਮੈਂ ਕੋਸ਼ਿਸ਼ ਕਰਦਾ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ। ਮੇਰੀ ਕੋਸ਼ਿਸ਼ ਹੁੰਦੀ ਆ ਕਿ ਇਹ ਜਿਹੜੇ ਜਵਾਬ ਨੇ ਇਹ ਸਰਲ ਤਰੀਕੇ ਦੇ ਨਾਲ ਦਿੱਤੇ ਜਾਣ। ਤੇ ਬੜਾ ਧੰਨਵਾਦੀ ਹਾਂ ਮੈਂ ਤੁਹਾਡਾ ਕਿ ਤੁਸੀਂ ਇਹ ਸਵਾਲ ਮੈਨੂੰ ਜਿਹੜਾ ਪੁੱਛਦੇ ਹੋ ਤੇ ਮੈਨੂੰ ਮੌਕਾ ਦਿੰਦੇ ਹੋ ਇਹਦਾ ਜਵਾਬ ਦੇਣ ਦਾ। ਤੇ ਪਹਿਲਾ ਸਵਾਲ ਹੈ ਜੀ, ਉਹ ਕਹਿ ਰਿਹਾ ਕਿ ਮੈਂ ਸਿਟੀਜ਼ਨ ਹਾਂ ਤੇ ਮੈਂ F3 ਕੈਟਾਗਰੀ 'ਚ 2010 'ਚ ਅਪਲਾਈ ਕੀਤਾ ਸੀ, ਕਿੰਨਾ ਟਾਈਮ ਹੋਰ ਲੱਗੂਗਾ? ਅਪਰੂਵਲ 2014 'ਚ ਆਈ ਸੀਗੀ ਤੇ ਮੇਰੇ ਗ੍ਰੈਂਡ ਬੱਚੇ ਆਉਣਗੇ ਕਿ ਨਹੀਂ? ਦੇਖੋ ਇਸ ਤਰ੍ਹਾਂ ਵੀਰ ਜੀ ਕਿ ਤੁਸੀਂ ਜੇ 2010 'ਚ ਅਪਲਾਈ ਕੀਤਾ ਤੇ ਇਸ ਟਾਈਮ ਤੇ ਜਿਹੜਾ ਵੀਜ਼ਾ ਬੁਲੇਟਿਨ ਆ ਆਪਣਾ ਅਗਸਤ ਦਾ, ਉੱਥੇ ਚੱਲ ਰਿਹਾ 8 ਨਵੰਬਰ 2008, 2 ਸਾਲ ਹੋਰ ਲੱਗਣਗੇ। ਤੇ ਤੁਹਾਡੀ ਜਿਹੜੀ ਅਪਰੂਵਲ ਹੈਗੀ ਆ ਉਹ ਤੁਸੀਂ ਸਪਟੈਂਬਰ 2010 'ਚ ਅਪਲਾਈ ਕੀਤਾ, 14 'ਚ ਅਪਰੂਵਲ ਆਈ, 4 ਸਾਲ ਦਾ ਟਾਈਮ ਹੋ ਗਿਆ। ਸੋ ਜੇ ਉਸ ਟਾਈਮ ਤੇ ਤੁਹਾਡੇ ਬੱਚੇ ਦੀ ਜਿਹੜੀ ਉਮਰ 21 ਸਾਲ ਤੋਂ ਉੱਪਰ ਹੋਏਗੀ ਤਾਂ ਇਹ ਟਾਈਮ ਜਿਹੜਾ ਕੱਢਣਾ ਪਏਗਾ ਉਹਦੀ ਉਮਰ 'ਚੋਂ। ਜੇ ਕੱਢ ਕੇ 21 ਸਾਲ ਤੋਂ ਘੱਟ ਰਹਿ ਜਾਂਦਾ ਤਾਂ ਅੰਡਰ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਤੋਂ ਕਵਰ ਹੋ ਸਕਦਾ। ਅਗਲਾ ਸਵਾਲ ਹੈ ਜੀ ਕਿ ਅਸੀਂ 751 ਅਪਲਾਈ ਕੀਤਾ ਸੀ, ਪੈਂਡਿੰਗ ਆ, ਅਸੀਂ ਟਰੈਵਲ ਕਰ ਸਕਦੇ ਹਾਂ ਕਿ ਨਹੀਂ? I-751 ਜਿਹੜਾ ਕੇਸ ਹੁੰਦਾ ਉਹ ਗ੍ਰੀਨ ਕਾਰਡ ਹੋਲਡਰ ਜਦੋਂ 2 ਸਾਲ ਦਾ ਗ੍ਰੀਨ ਕਾਰਡ ਮਿਲਿਆ ਹੋਵੇ ਉਹਨੂੰ ਵਿਆਹ ਦੇ ਕੇਸਾਂ ਦੇ ਵਿੱਚ 10 ਸਾਲ ਦਾ ਵਧਾਉਣ ਲਈ ਕਰਦਾ, ਉਹ ਇਹ ਫਾਰਮ ਅਪਲਾਈ ਕਰਦਾ। ਤੇ ਇਹਨੂੰ ਵੀ ਕਾਫੀ ਟਾਈਮ ਲੱਗਦਾ, ਇਹਨੂੰ ਅੱਜ ਕੱਲ੍ਹ 1.5-2 ਸਾਲ ਲੱਗ ਰਹੇ ਇਹਦੀ ਜਿਹੜੀ ਹੈਗੀ ਐਡਜੂਡੀਕੇਸ਼ਨ ਲਈ। ਲੇਕਿਨ ਜੇ ਤੁਸੀਂ ਟਰੈਵਲ ਕਰਨਾ ਤਾਂ ਤੁਸੀਂ ਜਿਹੜਾ ਲੈਟਰ ਤੁਹਾਨੂੰ ਆਇਆ ਉਹ ਲੈ ਕੇ ਜਿਹੜਾ ਤੁਹਾਡਾ ਨੀਅਰੈਸਟ ਇਮੀਗ੍ਰੇਸ਼ਨ ਆਫਿਸ ਉੱਥੇ ਜਾਓ, ਅਪਾਇੰਟਮੈਂਟ ਬਣਾ ਕੇ, ਉਹ ਤੁਹਾਡੇ ਪਾਸਪੋਰਟ 'ਤੇ ਸਟੈਂਪ ਲਾ ਦਿੰਦੇ ਆ ਕਿ ਟਰੈਵਲ ਅਲਾਊਡ। ਉਹ ਸਟੈਂਪ ਲੈ ਕੇ ਤੁਸੀਂ ਜਿਹੜਾ ਉਹ ਕੰਟਰੀ ਤੋਂ ਬਾਹਰ ਜਾ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਬਾਇਓਮੈਟ੍ਰਿਕਸ ਅੱਜ ਕੱਲ੍ਹ ਕਿੰਨੀ ਦੇਰ ਬਾਅਦ ਆਉਂਦੇ ਆ? ਇਹ ਤਾਂ ਜਿਹੜੇ ਬਾਇਓਮੈਟ੍ਰਿਕਸ ਨੂੰ ਅੱਜ ਕੱਲ੍ਹ ਕਾਫੀ ਟਾਈਮ ਲੱਗ ਰਿਹਾ, ਪਹਿਲਾਂ ਤਾਂ ਬਹੁਤ ਲੱਗਦਾ ਸੀ ਪਰ ਹੁਣ ਟਾਈਮ ਥੋੜ੍ਹਾ ਘੱਟ ਗਿਆ। ਜਦੋਂ ਵੀ ਕੇਸ ਅਪਲਾਈ ਕਰਦੇ ਹੋ ਤੇ ਉਸ ਤੋਂ ਬਾਅਦ ਇਹਦਾ ਕੋਈ ਫਿਕਸ ਪੀਰੀਅਡ ਨਹੀਂ, ਕਈਆਂ 2 ਮਹੀਨੇ 'ਚ ਆ ਜਾਂਦੇ ਨੇ, ਕਈਆਂ ਦੇ 6 ਮਹੀਨੇ 'ਚ ਆਉਂਦੇ ਆ, ਕਈਆਂ ਦਾ ਉਹ ਕਹਿੰਦੇ ਨੇ ਵੀ ਪੁਰਾਣੇ ਜਿਹੜੇ ਫਿੰਗਰਪ੍ਰਿੰਟ ਅਸੀਂ ਉਹੀ ਚੱਕ ਲਏ ਤੇ ਨਵੇਂ ਨਹੀਂ ਕਰਨੇ। ਇਹ ਵੀ ਕਾਫੀ ਕੇਸਾਂ 'ਚ ਹੋ ਰਿਹਾ। ਐਡਜਸਟਮੈਂਟ ਆਫ ਸਟੇਟਸ ਵਾਲੇ ਖਾਸ ਕਰਕੇ ਜਿਹੜੇ ਸੈਲੀ ਗ੍ਰੀਨ ਕਾਰਡ ਅਪਲਾਈ ਕਰਦੇ ਆ ਤੇ ਉਹਨਾਂ ਦੇ ਜੇ ਫਿੰਗਰਪ੍ਰਿੰਟ ਪਹਿਲਾਂ 2-3 ਸਾਲ ਪਹਿਲਾਂ ਹੋਏ ਆ ਤਾਂ ਉਹੀ ਚੱਕ ਲੈਂਦੇ ਨੇ, ਦੁਬਾਰਾ ਹੁੰਦੇ ਨਹੀਂ। ਅਗਲਾ ਸਵਾਲ ਹੈ ਜੀ ਕਿ ਮੇਰੇ ਹਸਬੈਂਡ ਨੂੰ US ਗ੍ਰੀਨ ਕਾਰਡ ਦਾ ਮੇਰਾ 2020 'ਚ ਅਪਲਾਈ ਕੀਤਾ ਸੀ ਤੇ ਸਾਨੂੰ 60 ਦਿਨ ਦੀ ਲੈਟਰ ਆਈ ਹੈ ਤਾਂ ਕਿੰਨਾ ਟਾਈਮ ਲੱਗੂ? ਦੇਖੋ ਇਸ ਤਰ੍ਹਾਂ ਆ ਵੀ ਇਹ ਜਿਹੜੀ ਕੈਟਾਗਰੀ ਪਹਿਲਾਂ ਬੰਦ ਸੀ, ਇੱਥੇ ਬੈਨ ਲਾਇਆ ਸੀ, ਉਹ ਖੁੱਲ੍ਹ ਗਿਆ ਹੁਣ ਤਾਂ ਫਰਵਰੀ ਤੋਂ, ਪਰ ਇਹਨੂੰ ਕੈਟਾਗਰੀ ਕਰੰਟ ਆ, ਜਿਵੇਂ ਕਿ ਸਿਟੀਜ਼ਨ ਦੀ ਕਰੰਟ ਹੈ, ਇਹ ਵੀ ਕਰੰਟ ਆ ਪਰ ਟਾਈਮ ਲੱਗ ਰਿਹਾ। ਸੋ ਹੋ ਸਕਦਾ ਇਹਨੂੰ ਜਿਹੜਾ ਹੈਗਾ ਉਹ ਅਜੇ ਹੋਰ ਥੋੜ੍ਹਾ ਟਾਈਮ ਲੱਗੇ। ਅਗਲਾ ਸਵਾਲ ਹੈ ਜੀ F4 ਕੈਟਾਗਰੀ 'ਚ ਅਪ੍ਰੈਲ 2005 ਦੇ ਕੇਸ ਦੀ ਅਪਰੂਵਲ 9 'ਚ ਆਈ ਆ ਤੇ ਸਾਡੀ 22 ਸਾਲ ਉਮਰ ਆ, ਵੀਜ਼ਾ ਮਿਲ ਜੂ। ਦੇਖੋ ਹੁਣ 5 ਚੱਲ ਰਿਹਾ ਇਸ ਟਾਈਮ, ਸਪਟੈਂਬਰ 2005 ਤੇ ਜੇ ਤੁਹਾਡੀ ਜਿਹੜੀ ਹੈਗੀ ਆ 9 'ਚ ਆਈ ਹੈ, 4 ਸਾਲ ਦਾ ਟਾਈਮ ਤੁਹਾਡੇ ਕੋਲ ਹੈਗਾ। ਜੇ ਤੁਹਾਡੀ 22-23 ਸਾਲ ਦੀ ਉਮਰ ਆ ਤਾਂ ਮਿਲਣਾ ਚਾਹੀਦਾ। ਇਹ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੇ ਅੰਡਰ ਕਵਰ ਕਰਨਾ ਪੈਣਾ ਤੇ ਉਹਦੇ ਅੰਡਰ ਜੇ ਅਪਲਾਈ ਕੀਤਾ ਜਾਵੇ ਤਾਂ ਤੁਹਾਨੂੰ ਮਿਲਣਾ ਚਾਹੀਦਾ ਜੀ। ਅਗਲਾ ਸਵਾਲ ਹੈ ਜੀ ਕਿ ਮੇਰੀ ਡਾਟਰ US ਸਿਟੀਜ਼ਨ ਆ, ਉਹਨੇ ਅਪਲਾਈ 2020 'ਚ ਕੀਤਾ, ਕਿੰਨਾ ਟਾਈਮ ਲੱਗੂਗਾ? ਇਹ ਜੇ ਉਹ 21 ਸਾਲ ਤੋਂ ਉੱਪਰ ਆ ਤੇ ਉਹਨੇ ਤੁਹਾਡਾ 20 'ਚ ਅਪਲਾਈ ਕੀਤਾ ਤੇ ਇਹਨੂੰ ਅੱਜ ਕੱਲ੍ਹ ਹੈ ਤਾਂ ਕਰੰਟ ਆ ਕੈਟਾਗਰੀ ਹੈ, ਪਰ ਕਿਉਂਕਿ ਇੱਥੇ ਬੈਨ ਲੱਗਿਆ ਸੀ ਪਿਛਲੇ ਸਾਲ ਉਹਦੇ ਕਰਕੇ ਸਲੋ ਸੀ ਤੇ ਸਾਲ ਲੱਗਣਾ ਚਾਹੀਦਾ, ਹੋਰ ਜ਼ਿਆਦਾ ਟਾਈਮ ਵੀ ਲੱਗ ਸਕਦਾ, ਘੱਟ ਵੀ ਲੱਗ ਸਕਦਾ, ਪਰ ਅੱਜ ਕੱਲ੍ਹ ਕਾਫੀ ਇਹਦੇ 'ਚ ਜਿਹੜੀ ਕੈਟਾਗਰੀ ਆ ਸਲੋ ਹੈਗੀ ਆ।
पर क्योंकि जो सिटीजन अपने पेरेंट लिए करता तो वो जी फस्ट प्रैफरेंस कैटेगरी आ वो कोई जी प्रायोरिटी डेट या वीज़ा नंबर की गल नहीं होंगी, पर जो प्रोसैसिंग आ उही काफ़ी स्लो आ। अगला सवाल है जी कि मेरा जोड़ा असैलम केस बोर्ड ऑफ अपील 69 दिन तो मेरा क्लॉक बंद आ तो मेरे को सोशल सिक्योरिटी नंबर नहीं, तो मैं की देखो इस तरह होंदा 180 दिन क्लॉक तो होने चाहिए वर्क परमिट लैन लई। जे 69 दिन तो बंद आ वो नहीं चला रहे तो फिर तुहानूं वर्क परमिट जोड़ा लैना बड़ा मुश्किल आ, तो यदा हुण कोई इस टाइम तो मैनूं हल नहीं दिसदा। अगला सवाल है जी कि मेरा असैलम का केस न्यूयॉर्क में 31 अगस्त 2021 डेट सी तो डेट कैंसल हो गई आ, तो हुण की हो सकदा? वो डेटा कई बारी कैंसल कर दिंदे ने, पर तुहाडा वकील जिहड़ा हैगा रिक्वेस्ट पा सकदा डेट पहलां लैण लई, तो जां तुसीं मेरे नाल संपर्क कर लो, उहदे नाल फिर यह आ भी डेट पहलां कढ़ाई जा सकती है, पर डेटा कैंसल तो कई वजह करके कर दिंदे ने, क्योंकि कई जज जिहड़े ने वो अवेलेबल नहीं होंदे जां कोई होर वजह हो सकती है। पर जो डेट कैंसल हो गई है अगे चली गई है तो दोबारा ली जा सकती है। अगला सवाल है जी कि इंडियन परिवार जोड़े बॉर्डर क्रॉस करके आते उन्होंने बारे दसो डिपोर्ट हो रहा कि नहीं। ये बारे मैं दस के हटिया जी कि जी नीति अमरीका की वो हैगी भी जोड़े बॉर्डर से आउणगे उन्होंने एक्सपीडाइटेड रिमूवल च पाया जाऊगा, पर जो ये कहे कि सानू खतरा आ तो वह खतरा जोड़ा है असैलम के 5 ग्राउंडों होऊगा, तो वह खतरा प्रूव करने वास्ते उन्होंने कोले कोई डाकूमेंटेशन जां उन्हों की गलबात जी क्रैडिबल होऊगी तो उन्होंने इमीग्रेशन जज अगे जोड़ा वो पेश किया जाऊगा, तो उन्होंने डिपोर्ट नहीं किया जाऊगा। पर जे उन्होंने खतरा कोई नहीं जां वो जो खतरा कह रहे हैं असैलम का ग्राउंड ही नहीं बनता तो फिर उन्होंने उत्थों ही डिपोर्ट किया जाएगा। ये जी हैगी नवीं नीति है सरकार की। अगला सवाल है कि साडा F4K 2007 लग्या तो 2020 मैं दुबई चल गया सी तो मेरी उम्र 26 साल की हो गई है, मैं आ सकदा कि नहीं। देखो 7 दे लग्या जे तो टाइम लगू, 5 चल रहा 1.5-2 साल, पर जे तुसीं चाइल्ड स्टैटस प्रोटैक्शन एक्ट की जी कैलकुलेशन उहदे विच आउंदे तो फिर वारी आ सकती, अदरवाइज़ ये बारे आपां कुछ नहीं कह सकते। अगला सवाल है जी कि 2006 जनवरी अप्लाई किया सीगा F4 कितना टाइम लगूगा, हुण चल रहा जी 2005 तो इनू 6 महीने होर लग सकते हैं, वध भी लग सकते हैं। अगला सवाल है जी कि F4 की साड़ी इंटरव्यू हुई सी 2019 उदों मेरी उम्र 20 साल सी, हुण 21+ हो गई है 22। तुसीं चाइल्ड स्टैटस प्रोटैक्शन एक्ट के अंडर मतलब कोशिश कर सकते हो कि तुसीं इहदे विच रहो, लेकिन वो यही देखना पऊगा कि थोड़ा केस अप्लाई कदों होया, फिर अप्रूवल कदों आई, तो टाइम विचों कढ़ना पैंदा, तो उहदे मुताबक फिर तुहानूं जिहड़ा हैगा वो पता लगेगा, तो उहदे विच तुहाडी वारी जिहड़ी आ फिर वो आ सकदी है। अगला सवाल हैगा जी कि ये कह रहे हैं कि जिहड़े लोग बॉर्डर क्रॉस करके एंटर होंदे ने अमरीका तो असैलम पास कर लेंदे ने, उन्हां कोल पासपोर्ट ना होवे, उन्हां दा पासपोर्ट इंडिया आके बनूगा कि अमरीका तो बनूगा। देखो इस तरह जी जे पासपोर्ट नहीं है असैलम पास हो गया तो उहदे विच बैटर तो यही है भी तुसीं सिटीजन बन के ही जाओ अमरीकन पासपोर्ट लैके, पर जे तुहानूं कोई एमरजेंसी है तुसीं ट्रैवल करना ग्रीन कार्ड ते फिर तुहानूं पासपोर्ट इत्थे भी अप्लाई करना पऊगा अमरीका दे विच ही, तो अंबैसी की मर्जी है देण जां ना देण। पर मेरी रैकमेंडेशन हैगी आ कि तुहानूं ट्रैवल अपनी कंट्री नहीं करना चाहिए, क्योंकि उहदे नाल थोड़े असैलम के केस से जिहड़ा असर पै सकदा, मिले हुए केस से भी पै सकदा, ग्रीन कार्ड से भी पै सकदा। अगला सवाल है जी कि इंडियन नूं डिपोर्ट कर रहे हैं या नहीं कैंपां तो। देखो जी पहली गल तो यह रस्ता गलत आउण दा, जिस रस्ते नाल ये लोग आउंदे हैगे आ उत्थों बॉर्डर क्रॉस करके, तो इन्हूं जान नूं खतरा, इलीगल है, लॉ के खिलाफ है, सो इस करके मैं हमेशा कहना भी इस रस्ते नहीं आना चाहिए। बाकी जी रही गल जिहड़े बंदे आउंदे ने उन्होंने क्रैडिबल फीयर इंटरव्यू चों लंघना पैंदा, जे वो क्रैडिबल फीयर पास कर दिंदे आ तो उन्होंने फिर इमीग्रेशन जज कोल बॉन्ड हुंदा, कईआं नूं बिना बॉन्ड तो भी छड्ड दिंदे ने। पर जे वो क्रैडिबल फीयर चों नहीं पास होंदे तो उन्होंने एक हेयरिंग इमीग्रेशन जज कोल हुंदी है, जो उत्थे भी फेल हो गए तो फिर वो असैलम केस नहीं ला सकते, डिपोर्ट हो जाते हैं। नवीं नीति जिहड़ी सरकार ने पिछले हफ्ते जारी की आ उहदे मुताबक जिहड़े परिवारां वाले बंदे आउणगे खास करके सैंट्रल अमेरिकन कंट्रीज़ चों ते दूजे भी ईवन उन्होंने ये मतलब पहला छाणबीन होगी खतरा है कि नहीं, तो जे उन्होंने कोई असैलम का क्लेम बनता, उन्होंने कोई खतरा हैगा जां जिहड़े असैलम के 5 ग्राउंड उन्होंने केस आउंदे आ, तो फिर वो बंदिਆਂ ਨੂੰ अगे जी प्रोसैसिंग करके उन्होंने केस इमीग्रेशन जज को जोड़े भेजे जाएंगे उन्होंने एंट्री दी जाएगी। पर जोड़े बंदिਆਂ का कोई केस नहीं बनता जां उन्होंने खतरा नहीं हैगा जां वो जोड़े 5 ग्राउंडों 'च नहीं आउंदे उन्होंने वो कहते आ भी असीं इत्थों डिपोर्ट जिहड़ा वो कर सकते हैं। तो अगला सवाल भी ये ही है जी, उन्होंने कहा कि जिहड़ा आ नवीं पॉलिसी हैगी आ ये जिहदे बारे तुसीं दस्सिया पिछली वीडियो उन्होंने कहा भी ये पंजाब वाले आउंदे आ, जिहड़ी नवीं पॉलिसी आ उहदे जिहड़ी ज़्यादा केंद्रित आ वो सैंट्रल अमेरिका दीयां कंट्रीज़ नूं आ, जिन्हां 'च क्या जांदा एल सैल्वाडोर, गुआटेमाला ते हंडोरस। पर पंजाब वाले भी विच ही ने, क्योंकि जिहड़ा बंदा भी फैमिली नाल आउंदा
ਉਹਨੂੰ ਉਹ ਹੁਣ ਦੇਖਣਗੇ। ਅੱਗੇ ਹੁੰਦਾ ਸੀ ਵੀ ਜਿਹੜਾ ਆਉਂਦਾ ਸੀ ਹਰੇਕ ਨੂੰ ਐਂਟਰੀ ਦੇਈ ਜਾਂਦੇ ਸੀ। ਇਹਦੀ ਕਾਫੀ ਕ੍ਰਿਟਿਸਿਜ਼ਮ ਹੋਈ ਜਿਹੜੀ ਸਰਕਾਰ ਦੀ, ਤੇ ਕੋਈ ਕਾਫੀ ਜ਼ਿਆਦਾ ਲੋਕ ਆਉਣ ਲੱਗ ਗਏ। ਸੋ ਹੁਣ ਇਹ ਉੱਥੇ ਜਿਹੜਾ ਹੈਗਾ ਉਹ ਜਾਂਚ ਕਰਨਗੇ। ਜੇ ਉਹਨਾਂ ਨੂੰ ਲੱਗੂਗਾ ਵੀ ਵਾਕਈ ਇਹਨਾਂ ਨੂੰ ਕੋਈ ਖਤਰਾ ਹੈਗਾ, ਇਹਨਾਂ ਦਾ ਕੇਸ ਬਣਦਾ ਅਸੈਲਮ ਦੇ 5 ਗਰਾਊਂਡਾਂ 'ਚ, ਤੇ ਫਿਰ ਉਹਨਾਂ ਨੂੰ ਐਂਟਰੀ ਦਿੱਤੀ ਜਾਏਗੀ। ਜੇ ਨਹੀਂ ਹੈਗਾ ਕੋਈ ਕੇਸ, ਜਾਂ ਉਹ ਆਪ ਹੀ ਕਈ ਕਹਿੰਦੇ ਵੀ ਸਾਨੂੰ ਖਤਰਾ ਕੋਈ ਨਹੀਂ, ਤਾਂ ਉੱਦਾਂ ਹੀ ਆਏ ਆ ਇੱਥੇ, ਤੇ ਫਿਰ ਉਹਨਾਂ ਨੂੰ ਉਹ ਡਿਪੋਰਟ ਕਰਨਗੇ। ਜੇ ਕੋਈ ਕਹੂਗਾ ਮੈਨੂੰ ਖਤਰਾ ਹੈਗਾ, ਪਰ ਉਹ ਅਸੈਲਮ ਦਾ ਗਰਾਊਂਡ ਹੀ ਨਹੀਂ ਬਣਦਾ, ਕਿਉਂਕਿ ਅਸੈਲਮ ਤੁਸੀਂ ਜਿਵੇਂ ਮਰਜ਼ੀ ਨਹੀਂ ਕਰ ਸਕਦੇ, ਉਹਦੇ 5 ਗਰਾਊਂਡ ਹੁੰਦੇ ਆ, ਉਹ ਗਰਾਊਂਡਾਂ ਦੇ ਵਿੱਚ ਆਉਣਾ ਪੈਂਦਾ, ਤਾਂ ਫਿਰ ਵੀ ਉਹ ਡਿਪੋਰਟ ਕਰ ਸਕਦੇ ਆ। ਤੇ ਅੱਜ ਦਾ ਆਖਰੀ ਸਵਾਲ ਜਿਹੜਾ ਉਹ ਹੈਗਾ ਜੀ ਕਿ ਸਿਟੀਜ਼ਨ ਦੇ ਫਾਦਰ ਮਦਰ ਦੀ ਇੰਟਰਵਿਊ ਜਿਹੜੀ ਆ ਉਹ ਕਦੋਂ ਹੋ ਰਹੀ, ਇਹਦੇ ਬਾਰੇ ਦੱਸੋ। ਦੇਖੋ, ਫਸਟ ਪ੍ਰੈਫਰੈਂਸ ਕੈਟੇਗਰੀ ਆ, ਇਹ 'ਤੇ ਪਹਿਲਾਂ ਬੈਨ ਲੱਗਿਆ ਸੀਗਾ, ਬੈਨ ਕਰਕੇ ਕਾਫੀ ਡਿਲੇ ਸੀ ਤੇ ਕਾਫੀ ਬੈਕਲੌਗ ਆ, ਪਰ ਇਹਨੂੰ ਹੁਣ ਜ਼ਿਆਦਾ ਟਾਈਮ ਜਿਹੜਾ ਲੱਗ ਰਿਹਾ, ਇਸ ਟਾਈਮ ਸਾਲ ਤੋਂ ਉੱਤੇ ਲੱਗ ਰਿਹਾ, ਹੋ ਸਕਦਾ 1.5 ਪੌਣੇ 2 ਸਾਲ ਹੀ ਲੱਗ ਜਾਣ। ਸੋ ਇੰਟਰਵਿਊ ਆਉਣਗੀਆਂ, ਪਰ ਟਾਈਮ ਲੱਗੂਗਾ, ਕਿਉਂਕਿ ਜਿਹੜੇ ਵੀਜ਼ਾ ਨੰਬਰ ਨੇ ਉਹ ਮੂਵ ਹੋ ਰਹੇ ਨੇ। ਪਰ ਇਹ ਜਿਹੜੀ ਕੈਟੇਗਰੀ ਆ, ਇਹ ਫਸਟ ਪ੍ਰੈਫਰੈਂਸ ਕੈਟੇਗਰੀ ਆ, ਜਿਵੇਂ ਕਿ US ਸਿਟੀਜ਼ਨ ਦੇ ਹਸਬੈਂਡ ਵਾਈਫ ਤੇ 21 ਸਾਲ ਤੋਂ ਘੱਟ ਬੱਚਿਆਂ ਦੀ ਆ, ਤਾਂ ਮਾਂ-ਬਾਪ ਦੀ ਵੀ, ਤੇ ਇਹਨੂੰ ਜਿਹੜਾ ਹੈਗਾ ਉਹ ਟਾਈਮ ਜਿਹੜਾ ਪ੍ਰੋਸੈਸਿੰਗ ਆ ਉਹੀ ਲੱਗਦਾ। ਸੋ ਇਹ ਸੀ ਤੁਹਾਡੇ ਸਵਾਲਾਂ ਦੇ ਜਵਾਬ, ਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।